हेलो फ्रेंड्स, दिस इज़ हरविंदर सिंह एंड वेलकम टू द यूट्यूब चैनल लर्न विद हरविंदर सर। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 12th ਇੰਗਲਿਸ਼ ਦਾ ਚੈਪਟਰ ਥਿੰਕਿੰਗ ਆਊਟ ਆਫ ਦ ਬਾਕਸ ਲੈਟਰਲ ਥਿੰਕਿੰਗ। ਇਸ ਚੈਪਟਰ ਦੀ ਲਾਈਨ ਬਾय ਲਾਈਨ ਰੀਡਿੰਗ ਅਤੇ ਐਕਸਪਲੇਨੇਸ਼ਨ ਇਨ ਪੰਜਾਬੀ। ਦੋਸਤੋ, ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵੀਡੀਓ ਵਿੱਚ ਅਸੀਂ ਇਸ ਚੈਪਟਰ ਨੂੰ ਲਾਈਨ ਬਾय ਲਾਈਨ ਰੀਡ ਕੀਤਾ ਤੇ ਨਾਲ ਦੀ ਨਾਲ ਪੰਜਾਬੀ ਵਿੱਚ ਐਕਸਪਲੇਨ ਵੀ ਕੀਤਾ ਹੈ। ਪਰ ਜੇ ਆਪ ਸਾਰਿਆਂ ਨੇ ਸਾਡੇ ਨਾਲ ਇਸ ਚੈਪਟਰ ਦੇ ਕੁਐਸਚਨ ਆਨਸਰਸ ਕਰਨੇ ਹਨ, ਪ੍ਰਸ਼ਨ ਉੱਤਰ ਕਰਨੇ ਹਨ, ਤਾਂ ਅਸੀਂ ਉਹਨਾਂ ਦੀਆਂ ਅਲੱਗ ਤੋਂ ਵੀਡੀਓਜ਼ ਬਣਾਈਆਂ ਹਨ ਜਿਨ੍ਹਾਂ ਦੇ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਗਏ ਹਨ। ਤੇ ਇਸ ਚੈਪਟਰ ਦੀ ਪੂਰੀ ਤਰ੍ਹਾਂ ਤਿਆਰੀ ਲਈ ਆਪ ਸਾਰੇ ਵਿਦਿਆਰਥੀ ਉਹਨਾਂ ਵੀਡੀਓਜ਼ ਨੂੰ ਵੀ ਜ਼ਰੂਰ ਦੇਖੋ। ਆਓ ਸ਼ੁਰੂ ਕਰਦੇ ਹਾਂ। Many years ago, in a small Indian village, a farmer had the misfortune of owing a large sum of money to a village moneylender. ਤੇ ਇੱਥੇ ਮਿਸਫੋਰਚੂਨ ਦਾ ਮਤਲਬ ਹੁੰਦਾ ਬੈਡ ਲੱਕ ਤੇ ਮਨੀ ਲੈਂਡਰ ਦਾ ਮਤਲਬ ਹੈ ਸ਼ਾਹੂਕਾਰ। ਤੇ ਕਾਫੀ ਸਾਲ ਪਹਿਲਾਂ ਇੰਡੀਆ ਦੇ ਛੋਟੇ ਜਿਹੇ ਪਿੰਡ ਵਿੱਚ ਇੱਕ ਕਿਸਾਨ ਨੇ ਇੱਕ ਸ਼ਾਹੂਕਾਰ ਤੋਂ ਕਾਫੀ ਜ਼ਿਆਦਾ ਕਰਜ਼ਾ ਲਿਆ ਹੋਇਆ ਸੀ। The moneylender, who was old and ugly, fancied the farmer's beautiful daughter. ਤੇ ਸ਼ਾਹੂਕਾਰ ਬੁੱਢਾ ਵੀ ਸੀ ਅਤੇ ਭੈੜੀ ਸੂਰਤ ਵਾਲਾ ਵੀ ਸੀ। ਤੇ ਫੈਂਸੀਡ ਦਾ ਮਤਲਬ ਹੁੰਦਾ ਲਾਈਕ ਕਰਨਾ। ਤੇ ਉਹ ਕਿਸਾਨ ਦੀ ਬਿਊਟੀਫੁਲ ਡਾਟਰ ਨੂੰ, ਉਸਦੀ ਸੁੰਦਰ ਕੁੜੀ ਨੂੰ ਲਾਈਕ ਕਰਦਾ ਸੀ, ਪਸੰਦ ਕਰਦਾ ਸੀ। ਸੋ ਹੀ ਪ੍ਰਪੋਜ਼ਡ ਅ ਬਾਰਗੇਨ। ਤੇ ਉਸਨੇ ਕਿਸਾਨ ਦੇ ਸਾਹਮਣੇ ਇੱਕ ਪ੍ਰਸਤਾਵ, ਇੱਕ ਸੁਝਾਅ ਰੱਖਿਆ। ਹੀ ਸੈਡ ਹੀ ਵੁੱਡ ਫੋਰਗੋ ਦ ਫਾਰਮਰਸ ਡੈਪਟ ਇਫ ਹੀ ਕੁਡ ਮੈਰੀ ਦ ਫਾਰਮਰਸ ਡਾਟਰ। ਤੇ ਉਸਨੇ ਕਿਸਾਨ ਨੂੰ ਕਿਹਾ ਕਿ ਜੇ ਤੂੰ ਆਪਣੀ ਕੁੜੀ ਦਾ ਮੇਰੇ ਨਾਲ ਵਿਆਹ ਕਰਾ ਦੇਂਗਾ ਤਾਂ ਤੇਰਾ ਸਾਰਾ ਕਰਜ਼ਾ ਮਾਫ ਹੋ ਜਾਏਗਾ। ਬੋਥ ਦ ਫਾਰਮਰ ਐਂਡ ਹਿਸ ਡਾਟਰ ਵਰ ਹੌਰੀਫਾਈਡ ਬਾय ਦ ਪ੍ਰਪੋਜ਼ਲ। ਕਿਸਾਨ ਅਤੇ ਉਸਦੀ ਕੁੜੀ ਇਸ ਪ੍ਰਪੋਜ਼ਲ ਤੋਂ ਡਰ ਗਏ, ਘਬਰਾ ਗਏ। ਸੋ ਦ ਕਨਿੰਗ ਮਨੀ ਲੈਂਡਰ ਸਜੈਸਟਡ ਡੈਟ ਦੇ ਲੈਟ ਪ੍ਰੋਵੀਡੈਂਸ ਡਿਸਾਈਡ ਦ ਮੈਟਰ। ਤੇ ਕਨਿੰਗ ਦਾ ਮਤਲਬ ਹੁੰਦਾ ਕਪਟੀ, ਚਲਾਕ। ਤੇ ਲੈਟ ਪ੍ਰੋਵੀਡੈਂਸ ਡਿਸਾਈਡ ਦਾ ਮੈਟਰ, ਤੇ ਇਸ ਦਾ ਮਤਲਬ ਹੈ ਕਿ ਹੁਣ ਰੱਬ ਨੇ ਇਸ ਗੱਲ ਦਾ ਫੈਸਲਾ ਉਹ ਕਰਨਾ ਹੈ। ਤੇ ਪ੍ਰੋਵੀਡੈਂਸ ਦਾ ਮਤਲਬ ਹੈ ਗੋਡ। ਹੀ ਟੋਲਡ them that he would put a black pebble and a white pebble into an empty money bag. ਤੇ ਸ਼ਾਹੂਕਾਰ ਨੇ ਕਿਹਾ ਕਿ ਉਹ ਇੱਕ ਖਾਲੀ ਥੈਲੇ ਵਿੱਚ ਇੱਕ ਕਾਲਾ ਪੱਥਰ ਤੇ ਇੱਕ ਚਿੱਟਾ ਪੱਥਰ ਪਾਊਗਾ। Then the girl would have to pick one pebble from the bag. ਤੇ ਕੁੜੀ ਨੂੰ ਉਸ ਬੈਗ ਵਿੱਚੋਂ ਇੱਕ ਪੱਥਰ ਕੱਢਣਾ ਪਏਗਾ। If she picked the black pebble, she would become his wife and her father's debt would be written off. ਤੇ ਜੇ ਤੇ ਕਾਲਾ ਪੱਥਰ ਨਿਕਲਿਆ ਤੇ ਉਸ ਨੂੰ ਵਿਆਹ ਕਰਨਾ ਪਏਗਾ, ਕੁੜੀ ਨੂੰ ਉਸ ਸ਼ਾਹੂਕਾਰ ਨਾਲ ਵਿਆਹ ਕਰਨਾ ਪਏਗਾ ਤੇ ਕਿਸਾਨ ਦਾ ਕਰਜ਼ਾ ਮਾਫ। If she picked the white pebble, she need not marry him and her father's debt would still be written off. ਜੇ ਚਿੱਟਾ ਪੱਥਰ ਨਿਕਲਿਆ ਤਾਂ ਵਿਆਹ ਵੀ ਨਹੀਂ ਕਰਨਾ ਪਏਗਾ ਤੇ ਕਰਜ਼ਾ ਵੀ ਮਾਫ ਹੋ ਜਾਏਗਾ। But if she refused to pick a pebble, her father would be thrown into jail. ਪਰ ਉਸਨੇ ਜੇ ਪੱਥਰ ਕੱਢਣ ਤੋਂ ਮਨਾ ਕਰਤਾ ਤਾਂ ਉਸਦੇ ਪਿਤਾ ਨੂੰ ਜੇਲ੍ਹ ਜਾਣਾ ਪਏਗਾ। ਜੇਲ੍ਹ ਕੋ ਜਾਣਾ ਪਏਗਾ ਕਿਉਂਕਿ ਕਰਜ਼ਾ ਲਿਆ ਹੋਇਆ ਤੇ ਮੋੜ ਸਕਦਾ ਨਹੀਂ। ਤੇ ਇਸ ਤੋਂ ਬਾਅਦ ਜਿਹੜਾ ਫਾਰਮਰ ਹੈ ਉਹ ਮੰਨ ਗਿਆ। ਤੇ ਉਸ ਤੋਂ ਬਾਅਦ ਕੀ ਹੋਇਆ? They were standing on a pebble-strewn path in the farmer's field. ਤੇ strewn ਦਾ ਮਤਲਬ ਹੁੰਦਾ ਹੈ scattered, ਕਿ ਉਹ ਉਸ ਥਾਂ ਤੇ ਗਏ ਜਿੱਥੇ ਕਿ ਪੱਥਰ ਹੈ ਉਹ ਖਿਲਰੇ ਪਏ ਸਨ। ਤੇ ਉਹ ਥਾਂ ਕਿੱਥੇ ਸੀ? ਇਨ ਦਾ ਫਾਰਮਰਸ ਫੀਲਡ। ਤੇ ਫਾਰਮਰ ਦੀ ਫੀਲਡ ਵਿੱਚ ਹੀ ਸੀ, ਕਿਸਾਨ ਦੇ ਖੇਤਾਂ ਵਿੱਚ ਹੀ ਸੀ। ਐਜ਼ ਦੇ ਟਾਕਡ ਦ ਮਨੀ ਲੈਂਡਰ ਵੈਂਟ ਓਵਰ ਟੂ ਪਿਕ ਅਪ 2 ਪੈਬਲਸ। ਤੇ ਜਦੋਂ ਆਪਸ ਵਿੱਚ ਗੱਲਾਂ ਹੀ ਕਰ ਰਹੇ ਸੀ ਤਾਂ ਜਿਹੜਾ ਸ਼ਾਹੂਕਾਰ ਹੈ ਉਹ ਝੁਕਿਆ ਤੇ ਉਸਨੇ ਚੁੱਕ ਕੇ 2 ਪੱਥਰ ਚੁੱਕੇ। As he picked them up, the sharp-eyed girl noticed that he had picked up 2 black pebbles and put them into the bag. ਤੇ ਜਦੋਂ ਉਸਨੇ ਜਿਹੜੇ ਪੱਥਰ ਚੁੱਕੇ ਤੇ ਕੁੜੀ ਨੇ ਇਹ ਦੇਖ ਲਿਆ ਵੀ ਉਸਨੇ 2 ਕਾਲੇ ਪੱਥਰ ਹੀ ਚੁੱਕ ਕੇ ਬੈਗ ਵਿੱਚ ਪਾਏ ਹਨ। He then asked the girl to pick a pebble from the bag. ਤਾਂ ਉਸਨੇ ਕੁੜੀ ਨੂੰ ਕਿਹਾ ਕਿ ਪੱਥਰ ਨੂੰ ਕੱਢੋ। ਤੇ ਕੁੜੀ ਨੇ ਇਹ ਦੇਖ ਲਿਆ ਹੋਇਆ ਕਿ 2 ਕਾਲੇ ਪੱਥਰ ਹੀ ਬੈਗ ਵਿੱਚ ਹਨ। Now imagine you were standing in the field. What would you have done if you had been the girl? If you had to advise her, what would you have told her? ਤੇ ਹੁਣ ਤੁਸੀਂ ਇਹ ਇਮੇਜਿਨ ਕਰੋ ਕਿ ਤੁਸੀਂ ਖੜੇ ਹੋ ਕੁੜੀ ਦੀ ਥਾਂ, ਜਾਂ ਤੁਹਾਨੂੰ ਜੇ ਕੋਈ ਉਸ ਕੁੜੀ ਨੂੰ ਸਲਾਹ ਦੇਣੀ ਹੈ ਤਾਂ ਤੁਸੀਂ ਉਸ ਨੂੰ ਕੀ ਸਲਾਹ ਦਿਓਗੇ? ਕੇਅਰਫੁਲ ਐਨਾਲਿਸਿਸ would produce 3 possibilities. ਤੇ ਜੇ ਅਸੀਂ ਇਸ ਗੱਲ ਦਾ ਧਿਆਨ ਕਰੀਏ, ਐਨਾਲਿਸਿਸ ਕਰੀਏ ਤਾਂ 3 possibilities ਨਿਕਲਦੀਆਂ। ਤੇ ਪਹਿਲੀ ਪੋਸੀਬਿਲਿਟੀ ਕੀ ਹੈ? The girl should refuse to take a pebble. ਕਿ ਕੁੜੀ ਪੱਥਰ ਕੱਢਣ ਤੋਂ ਹੀ ਮਨਾ ਕਰ ਦੇ। ਤੇ ਦੂਜੀ ਪੋਸੀਬਿਲਿਟੀ ਕੀ ਹੈ? The girl should show that there were 2 black pebbles in the bag and expose the moneylender as a cheat. ਤੇ ਕੁੜੀ ਐਸ ਸ਼ੋਅ ਵੀ ਕਰ ਸਕਦੀ ਹੈ ਕਿ 2 ਬਲੈਕ ਪੈਬਲਸ ਹੈਗੇ ਹਨ ਤੇ ਜਿਹੜਾ ਮਨੀ ਲੈਂਡਰ ਹੈ ਉਸਨੇ ਚੀਟਿੰਗ ਕੀਤੀ ਹੈ। ਤੇ ਤੀਜੀ ਪੋਸੀਬਿਲਿਟੀ ਕੀ ਹੈ? The girl should pick up black pebble and sacrifice herself in order to save her father from debt and imprisonment. ਤੇ ਤੀਜੀ ਪੋਸੀਬਿਲਿਟੀ ਇਹ ਹੈਗੀ ਕਿ ਕੁੜੀ ਚੁੱਪਚਾਪ ਕਾਲੇ ਪੱਥਰ ਨੂੰ ਕੱਢ ਲੇ
ਤੇ ਉਸ ਨਾਲ ਵਿਆਹ ਕਰ ਲਿਆ ਤੇ ਉਸ ਵੱਲੋਂ ਕੁੜੀ ਵੱਲੋਂ ਸੈਕਰੀਫਾਈਸ ਹੋ ਜਾਏਗਾ ਤੇ ਉਸਦੇ ਪਿਤਾ ਦਾ ਕਰਜ਼ਾ ਵੀ ਮਾਫ ਹੋ ਜਾਏਗਾ ਤੇ ਉਸਨੂੰ ਜੇਲ੍ਹ ਵੀ ਨਹੀਂ ਜਾਣਾ ਪਏਗਾ। ਟੇਕ ਅ ਮੋਮੈਂਟ ਟੂ ਪੌਂਡਰ ਓਵਰ ਦ ਸਟੋਰੀ। ਤੇ ਕੁਝ ਸਮੇਂ ਲਈ ਤੁਸੀਂ ਇਸ ਤੇ ਵਿਚਾਰ ਕਰੋ। ਪੌਂਡਰ ਓਵਰ ਦਾ ਮਤਲਬ ਹੈ ਵਿਚਾਰ ਕਰਨਾ, ਵੀ ਤੁਸੀਂ ਸਟੋਰੀ ਤੇ ਵਿਚਾਰ ਕਰੋ। The above story is used with the hope that it will make us appreciate the difference between lateral and logical thinking। ਤੇ ਇਸ ਕਹਾਣੀ ਦੀ ਮਦਦ ਦੇ ਨਾਲ ਸਾਨੂੰ ਲੈਟਰਲ ਥਿੰਕਿੰਗ ਅਤੇ ਲੌਜੀਕਲ ਥਿੰਕਿੰਗ ਦਾ ਫਰਕ ਹੈ ਉਹ ਪਤਾ ਲੱਗੂਗਾ ਕਿ ਲੌਜੀਕਲ ਥਿੰਕਿੰਗ ਦੇ ਅਕੋਰਡਿੰਗਲੀ 3 ਪੋਸੀਬਿਲਿਟੀਜ਼ ਨਿਕਲਦੀਆਂ ਤੇ ਹੁਣ ਲੈਟਰਲ ਥਿੰਕਿੰਗ ਦੇ ਅਕੋਰਡਿੰਗਲੀ ਕੀ ਹੋਏਗਾ ਉਹ ਵੀ ਅਸੀਂ ਦੇਖਾਂਗੇ। The girl's dilemma cannot be solved with traditional logical thinking। ਤੇ ਇਹ ਜਿਹੜੀ ਕੁੜੀ ਦੀ ਦੁਵਿਧਾ ਹੈ, ਡਾਇਲੀਮੇ ਦਾ ਅਰਥ ਹੈ ਦੁਵਿਧਾ ਹੈ, ਉਸਨੂੰ ਟ੍ਰੈਡੀਸ਼ਨਲ ਲੌਜੀਕਲ ਥਿੰਕਿੰਗ ਦੇ ਅਕੋਰਡਿੰਗਲੀ ਸੋਲਵ ਨਹੀਂ ਕੀਤਾ ਜਾ ਸਕਦਾ। Think of the consequences if she chooses the above logical answers। ਤੇ ਜੇ ਕੁੜੀ ਹੈ ਲੌਜੀਕਲ ਥਿੰਕਿੰਗ ਦੇ ਅਕੋਰਡਿੰਗਲੀ ਜਿਹੜੀ 3 ਪੋਸੀਬਿਲਿਟੀਜ਼ ਹੈ ਉਹਨਾਂ ਵਿੱਚੋਂ ਇੱਕ ਚੂਜ਼ ਕਰਦੀ ਹੈ ਤਾਂ ਕੀ ਹੋਏਗਾ। ਤੇ ਪਹਿਲੀ ਪੋਸੀਬਿਲਿਟੀ ਕੀ ਹੈ, ਦਾ ਗਰਲ ਸ਼ੁੱਡ ਰਿਫਿਊਜ਼ ਟੂ ਟੇਕ ਅ ਪੈਬਲ। ਤੇ ਜੇ ਉਹ ਪੱਥਰ ਕੱਢਣ ਤੋਂ ਮਨਾ ਕਰਦੇ ਤਾਂ ਕੀ ਹੋਏਗਾ, ਪਿਤਾ ਨੂੰ ਜੇਲ੍ਹ ਜਾਣਾ ਪਏਗਾ। ਸੈਕਿੰਡ ਪੋਸੀਬਿਲਿਟੀ ਹੈ ਤੇ ਗਰਲ ਕੁੜੀ ਇਹ ਸ਼ੋ ਕਰਦੇ ਕਿ 2 ਕਾਲੇ ਪੱਥਰ ਹਨ ਤੇ ਮਨੀ ਲੈਂਡਰ ਹੈ ਉਹ ਚੀਟ ਹੈ। ਤੇ ਜੇ ਇਹ ਕਹਿੰਦੀ ਹੈ ਤਾਂ ਕੀ ਹੋਏਗਾ, ਤਾਂ ਵੀ ਪਿਤਾ ਨੂੰ ਜੇਲ੍ਹ ਜਾਣਾ ਪਏਗਾ ਕਿਉਂਕਿ ਲਾਅ ਦੇ ਅਕੋਰਡਿੰਗਲੀ ਉਸਨੇ ਕਰਜ਼ਾ ਵਾਪਸ ਨਹੀਂ ਕੀਤਾ। ਤੇ ਜੇ ਕਰਜ਼ਾ ਵਾਪਸ ਨਾ ਹੋਇਆ ਤਾਂ ਉਸ ਜੇਲ੍ਹ ਕਰਾ ਦੂਗਾ, ਨਾਲੇ ਉਸਦੀ ਮਨੀ ਲੈਂਡਰ ਦੀ ਸ਼ਾਹੂਕਾਰ ਦੀ ਹੀ ਈਗੋ ਵੀ ਹਰਟ ਹੋ ਜਾਏਗੀ। ਤੇ ਜੇ ਤੀਜੀ ਪੋਸੀਬਿਲਿਟੀ ਉਸਨੂੰ ਉਹ ਚੂਜ਼ ਕਰੇ ਕਿ ਉਹ ਵਿਆਹ ਕਰ ਲੇ ਕਾਲਾ ਪੱਥਰ ਕੱਢ ਕੇ, ਤਾਂ ਕੁੜੀ ਦੀ ਲਾਈਫ ਵੇਸਟ ਹੋ ਜਾਏਗੀ। ਤੇ ਟ੍ਰੈਡੀਸ਼ਨਲ ਥਿੰਕਿੰਗ ਦੇ ਅਕੋਰਡਿੰਗਲੀ ਕੁੜੀ ਆਪਣੇ ਪਿਤਾ ਨੂੰ ਤੇ ਆਪਣੇ ਆਪ ਨੂੰ ਦੋਹਾਂ ਨੂੰ ਇਕੱਠੇ ਨਹੀਂ ਬਚਾ ਸਕਦੀ। What would you recommend the girl to do? ਤੇ ਤੁਸੀਂ ਕੀ ਕਹੋਗੇ ਕਿ ਉਹ ਕੁੜੀ ਨੂੰ ਕੀ ਕਰੇ। This is what the girl actually did। ਤੇ ਕੁੜੀ ਨੇ ਇਹ ਕੀਤਾ। The girl put her hand into the money bag and drew out a pebble। ਤੇ ਕੁੜੀ ਨੇ ਥੈਲੇ ਵਿੱਚ ਹੱਥ ਪਾਇਆ ਤੇ ਇੱਕ ਪੱਥਰ ਨੂੰ ਕੱਢਿਆ। Without looking at it, she fumbled and let it fall onto pebble-strewn path where it immediately became lost among all the other pebbles। ਤੇ ਉਸਨੇ ਪੱਥਰ ਦੇਖਿਆ ਵੀ ਨਹੀਂ ਕਿ ਕਿਹੜਾ ਪੱਥਰ ਉਸਨੇ ਕੱਢਿਆ ਤੇ ਸ਼ੀ ਫੰਬਲਡ, ਉਹ ਲੜਖੜਾਈ ਅਤੇ ਉਹ ਪੱਥਰ ਨੂੰ ਬਾਕੀ ਪੱਥਰਾਂ ਵਿੱਚ ਸੁੱਟ ਦਿੱਤਾ। ਤੇ ਉਹ ਜਿਹੜਾ ਪੱਥਰ ਹੈ ਉਹ ਬਾਕੀ ਪੱਥਰਾਂ ਵਿੱਚ ਉਹ ਜਾ ਰਲਿਆ ਤੇ ਕਿਸੇ ਨੇ ਦੇਖਿਆ ਵੀ ਨਹੀਂ ਕਿ ਕਿਹੜਾ ਪੱਥਰ ਉਸਨੇ ਕੱਢਿਆ। ਤੇ ਉਸ ਤੋਂ ਬਾਅਦ ਕੁੜੀ ਨੇ ਕੀ ਕਿਹਾ, ਓ ਹਾਊ ਕਲਮਜ਼ੀ ਆਫ ਮੀ ਸ਼ੀ ਸੈਡ, ਕਿ ਮੈਂ ਕਿੰਨਾ ਬੇਢੰਗਾ ਕੰਮ ਕੀਤਾ, ਉਸਨੇ ਕਿਹਾ। ਬਟ ਨੈਵਰ ਮਾਈਂਡ, ਇਫ ਯੂ ਲੁੱਕ ਇਨਟੂ ਦ ਬੈਗ ਫॉर द one that is left, you will be able to tell which pebble I picked। ਪਰ ਕੋਈ ਗੱਲ ਨਹੀਂ, ਜੇ ਅਸੀਂ ਇਹ ਦੇਖ ਲਾਂਗੇ ਕਿ ਕਿਹੜਾ ਪੱਥਰ ਬਚਿਆ ਹੋਇਆ ਤਾਂ ਅਸੀਂ ਇਹ ਕਹਿ ਪਾਵਾਂਗੇ ਕਿ ਕਿਹੜਾ ਪੱਥਰ ਮੈਂ ਪਿਕ ਕੀਤਾ ਸੀਗਾ, ਕਿਹੜਾ ਪੱਥਰ ਮੈਂ ਕੱਢਿਆ ਸੀਗਾ। Since the remaining pebble is black, it must be assumed that she had picked the white one। ਤੇ ਕਿਉਂਕਿ ਹੁਣ ਜਿਹੜਾ ਬਚਿਆ ਹੋਇਆ ਪੱਥਰ ਉਹ ਕਾਲਾ ਪੱਥਰ ਸੀਗਾ ਤੇ ਇਹ ਮੰਨ ਲਿਆ ਗਿਆ ਕਿ ਉਸ ਕੁੜੀ ਨੇ ਚਿੱਟਾ ਪੱਥਰ ਕੱਢਿਆ ਸੀ। And since the moneylender dared not admit his dishonesty, the girl changed what seemed an impossible situation into an extremely advantageous one। ਤੇ ਹੁਣ ਜਿਹੜਾ ਸ਼ਾਹੂਕਾਰ ਉਹ ਆਪਣੀ ਬੇਈਮਾਨੀ ਬਾਰੇ ਕਿਸੇ ਨੂੰ ਦੱਸ ਵੀ ਨਹੀਂ ਸੀ ਸਕਦਾ। ਤੇ ਇਸ ਤਰ੍ਹਾਂ ਇੱਕ ਇੰਪੋਸੀਬਲ ਸਿਚੁਏਸ਼ਨ ਤੋਂ ਕੁੜੀ ਨੇ ਆਪਣੇ ਆਪ ਨੂੰ ਬਾਹਰ ਕੱਢ ਲਿਆ ਤੇ ਉਹ ਜਿਹੜੀ ਇੰਪੋਸੀਬਲ ਸਿਚੁਏਸ਼ਨ ਸੀ ਉਹਦੇ ਲਈ ਐਕਸਟ੍ਰੀਮਲੀ ਐਡਵਾਂਟੇਜੀਅਸ ਸਿਚੁਏਸ਼ਨ ਬਣ ਗਈ। ਤੇ ਇਸ ਤਰ੍ਹਾਂ ਕੁੜੀ ਨੇ ਆਪਣੇ ਪਿਤਾ ਦਾ ਕਰਜ਼ਾ ਵੀ ਮਾਫ ਕਰਾ ਲਿਆ, ਉਸਨੂੰ ਜੇਲ੍ਹ ਵੀ ਨਾ ਹੋਈ ਤੇ ਉਸਨੇ ਸ਼ਾਹੂਕਾਰ ਨਾਲ ਵਿਆਹ ਵੀ ਨਹੀਂ ਕੀਤਾ। What does this story teach us? ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? It is that most complex problems do have a solution। ਕਿ ਔਖੀ ਤੋਂ ਔਖੀ ਮੁਸੀਬਤ ਦਾ ਵੀ ਹੱਲ ਹੈ ਉਹ ਹੁੰਦਾ। It is only that we don't attempt to think in that direction। ਪਰ ਅਸੀਂ ਉਸ ਪਾਸੇ ਸੋਚਦੇ ਹੀ ਨਹੀਂ। It teaches us to think out of the box or think laterally। ਤੇ ਇਹ ਜਿਹੜੀ ਕਹਾਣੀ ਹੈ ਸਾਨੂੰ ਥਿੰਕ ਆਊਟ ਆਫ ਦਾ ਬਾਕਸ ਜਾਂ ਥਿੰਕ ਲੈਟਰਲੀ ਮਤਲਬ ਇੱਕ ਪਾਸੇ ਤੋਂ ਦੂਜੇ ਢੰਗ ਤੋਂ, ਤੇ ਉਸ ਤੋਂ ਵੀ ਸਾਨੂੰ ਥਿੰਕਿੰਗ ਆਊਟ ਆਫ ਦਾ ਬਾਕਸ ਕਰਨੀ ਚਾਹੀਦੀ ਹੈ, ਸਾਨੂੰ ਲੈਟਰਲ ਥਿੰਕਿੰਗ ਕਰਨੀ ਚਾਹੀਦੀ ਹੈ। ਤੇ ਉਸ ਤੋਂ ਬਾਅਦ ਸਾਨੂੰ ਇਸਦੀ ਡੈਫੀਨੇਸ਼ਨ ਦੱਸੀ ਗਈ ਹੈ। ਵਟ ਇਜ਼ ਲੈਟਰਲ ਥਿੰਕਿੰਗ? ਤੇ ਲੈਟਰਲ ਥਿੰਕਿੰਗ ਕੀ ਹੁੰਦਾ? ਲੈਟਰਲ ਥਿੰਕਿੰਗ ਇਜ਼ ਕ੍ਰੀਏਟਿਵ ਔਰ ਨॉन ਲੀਨੀਅਰ ਥਿੰਕਿੰਗ। ਕ੍ਰੀਏਟਿਵ ਦਾ ਮਤਲਬ ਹੁੰਦਾ ਰਚਨਾਤਮਕ, ਤੇ ਇਹ ਜਿਹੜੀ ਲੈਟਰਲ ਥਿੰਕਿੰਗ ਹੈ ਰਚਨਾਤਮਕ ਜਾਂ ਨॉन ਲੀਨੀਅਰ ਥਿੰਕਿੰਗ ਹੁੰਦੀ ਹੈ। It is thinking differently or doing something different। ਤੇ ਕੁਝ ਵੱਖਰਾ ਸੋਚਣਾ ਜਾਂ ਕੁਝ ਵੱਖਰਾ ਕਰਨਾ ਇਹ ਨॉन ਲੀਨੀਅਰ ਥਿੰਕਿੰਗ ਹੁੰਦਾ। doing something that might be quite novel and unconventional in nature। ਤੇ ਕੁਝ ਨੋਵਲ ਕਰਨਾ, ਨੋਵਲ ਦਾ ਮਤਲਬ ਹੁੰਦਾ ਹੈ ਨਵੀਨ। ਇੰਗਲਿਸ਼ ਵਿੱਚ ਅਸੀਂ ਕਹਿ ਸਕਦੇ ਹਾਂ ਨੋਵਲ ਦਾ ਮਤਲਬ ਹੈ ਨਿਊ ਐਂਡ ਡਿਫਰੈਂਟ। ਕੁਝ ਨਵੀਨ ਕਰਨਾ, ਕੁਝ ਨਵਾਂ ਤੇ ਕੁਝ ਅਲੱਗ ਕਰਨਾ, ਅਤੇ ਕੁਝ ਅਨਕਨਵੈਨਸ਼ਨਲ ਅਪਰੰਪਰਾਗਤ, ਪਰੰਪਰਾ ਤੋਂ ਹਟ ਕੇ ਕੁਝ ਕਰਨਾ।
According to Edward D. Bono, who propagated this notion, intelligence is a potential that all of us have, and thinking is a skill to use that potential well. ਤੇ ਐਡਵਰਡ ਡੀ ਬੋਨੋ ਜੋ ਕਿ ਲੈਟਰਲ ਥਿੰਕਿੰਗ ਦਾ ਆਈਡੀਆ ਲੋਕਾਂ ਦੇ ਸਾਹਮਣੇ ਲੈ ਕੇ ਆਇਆ। ਪ੍ਰੋਪੋਗੇਟਡ ਦਾ ਮਤਲਬ ਹੁੰਦਾ ਪਬਲਿਸਾਈਜ਼ ਕਰਨਾ, ਨੋਸ਼ਨ ਦਾ ਮਤਲਬ ਹੁੰਦਾ ਆਈਡੀਆ, ਤੇ ਲੈਟਰਲ ਥਿੰਕਿੰਗ ਦਾ ਆਈਡੀਆ ਦੁਨੀਆ ਦੇ ਸਾਹਮਣੇ ਕੌਣ ਲੈ ਕੇ ਆਇਆ? ਐਡਵਰਡ ਡੀ ਬੋਨੋ। ਤੇ ਐਡਵਰਡ ਡੀ ਬੋਨੋ ਦਾ ਇਹ ਮੰਨਣਾ ਸੀਗਾ ਕਿ ਇੰਟੈਲੀਜੈਂਸ ਹੈ ਉਹ ਸਾਡੇ ਸਾਰਿਆਂ ਕੋਲ ਹੁੰਦੀ ਹੈ, ਤੇ ਜਿਹੜੀ ਥਿੰਕਿੰਗ ਹੈ, ਜਿਹੜਾ ਸੋਚਣਾ ਹੈ, ਉਹ ਇੱਕ ਸਕਿੱਲ ਹੈ, ਉਹ ਇੱਕ ਹੁਨਰ ਹੈ ਜਿਸ ਨਾਲ ਅਸੀਂ ਆਪਣੀ ਸਮਝ ਨੂੰ ਚੰਗੀ ਤਰ੍ਹਾਂ ਯੂਜ਼ ਕਰ ਸਕਦੇ ਹਾਂ। ਇਟ ਚੈਨਲਸ ਆਰ ਇੰਟੈਲੀਜੈਂਸ ਐਪਰੋਪਰੀਏਟਲੀ। ਵੀ ਜਿਹੜੀ ਥਿੰਕਿੰਗ ਹੈ ਉਹ ਸਾਡੀ ਇੰਟੈਲੀਜੈਂਸ ਨੂੰ, ਸਾਡੀ ਸਮਝ ਨੂੰ ਸਹੀ ਰਸਤੇ 'ਤੇ ਲੈ ਜਾਂਦੀ ਹੈ। ਵਨ ਮੇ ਬੀ ਅ ਗੁੱਡ ਥਿੰਕਰ ਵਿਦਾਊਟ ਬੀਇੰਗ ਇੰਟੈਲੈਕਚੁਅਲ ਐਂਡ ਵਾਈਸ ਵਰਸਾ। ਹੋ ਸਕਦਾ ਕਿ ਕੋਈ ਬੰਦਾ ਬਹੁਤ ਵਧੀਆ ਸੋਚਦਾ ਹੋਏ ਪਰ ਉਹ ਇੰਟੈਲੈਕਚੁਅਲ ਇੰਟੈਲੀਜੈਂਟ ਨਾ ਹੋਏ, ਤੇ ਇਸ ਤੋਂ ਉਲਟਾ ਵੀ ਹੋ ਸਕਦਾ ਕਿ ਹੋ ਸਕਦਾ ਕੋਈ ਬਹੁਤ ਇੰਟੈਲੀਜੈਂਟ ਹੋਏ ਪਰ ਉਹ ਵਧੀਆ ਨਾ ਸੋਚਦਾ ਹੋਏ। Here is another story that illustrates the use of lateral thinking। ਤੇ ਹੁਣ ਅਸੀਂ lateral thinking ਤੋਂ related ਇੱਕ ਹੋਰ ਕਹਾਣੀ ਪੜਾਂਗੇ। A millionaire named Thomas walked into a popular bank in the middle of New York City and requested to speak to a loan officer। ਤੇ ਇੱਕ ਬਹੁਤ ਅਮੀਰ ਆਦਮੀ ਮਿਲੀਅਨੇਅਰ ਜਿਸ ਦਾ ਨਾਮ ਥੋਮਸ ਸੀ, ਤੇ ਉਹ ਇੱਕ ਬੈਂਕ ਵਿੱਚ ਗਿਆ ਨਿਊਯਾਰਕ ਸਿਟੀ ਦੇ ਸੈਂਟਰ ਵਿੱਚ, ਤੇ ਬੈਂਕ ਵਿੱਚ ਜਾ ਕੇ ਉਸਨੇ ਕਿਹਾ ਕਿ ਉਸਨੇ ਲੋਨ ਆਫਿਸਰ ਨਾਲ ਗੱਲ ਕਰਨੀ ਹੈ। He did not inform the staff of his immense riches, but he simply said that he was going away for business for few weeks to another country and he needed to borrow a small sum of money, $5,000। ਤੇ ਉਸਨੇ ਆਪਣੀ ਅਮੀਰੀ ਬਾਰੇ ਤੇ ਬੈਂਕ ਵਾਲਿਆਂ ਨੂੰ ਦੱਸਿਆ ਨਹੀਂ, ਬਸ ਉਸਨੇ ਇਹ ਕਿਹਾ ਕਿ ਮੈਂ ਕੁਝ ਹਫ਼ਤਿਆਂ ਲਈ ਬਾਹਰ ਜਾ ਰਿਹਾ ਤੇ ਮੈਨੂੰ $5,000 ਦਾ ਛੋਟਾ ਜਿਹਾ ਲੋਨ ਹੈ ਉਹ ਚਾਹੀਦਾ। ਬੈਂਕਸ ਬੀਇੰਗ ਬੈਂਕਸ, ਦੇ ਇਮੀਡੀਏਟਲੀ ਆਸਕ ਫॉर ਸਿਕਿਉਰਿਟੀ ਔਨ ਦਾ ਲੋਨ। ਤੇ ਹੁਣ ਬੈਂਕ ਵਾਲੇ ਕਿ ਕੋਈ ਸਿਕਿਉਰਿਟੀ ਰੱਖ ਕੇ ਹੀ ਲੋਨ ਦਿੰਦੇ ਹਨ, ਤੇ ਵਿਦਾਊਟ ਸਿਕਿਉਰਿਟੀ ਤੇ ਲੋਨ ਮਿਲਦਾ ਵੀ ਨਹੀਂ। Thomas pointed out of the window to the shiny new Ferrari parked right in front of the bank। ਤੇ ਖਿੜਕੀ ਤੋਂ ਬਾਹਰ ਉਸਨੇ ਦਿਖਾਤੀ ਵੀ ਉਸਦੀ ਫਰੈਰੀ ਗੱਡੀ ਖੜੀ ਹੈ। ਫਰੈਰੀ ਤਾਂ ਬਹੁਤ ਮਹਿੰਗੀ ਗੱਡੀ ਹੈ। He took the title, paperwork and the keys out of his pocket and slapped them down on the counter like a man on a mission। ਤੇ ਉਸ ਤੋਂ ਬਾਅਦ ਉਸਨੇ ਕੀ ਕੀਤਾ, ਉਸਨੇ ਗੱਡੀ ਦੇ ਕਾਗਜ਼ ਦਿਖਾਤੇ ਤੇ ਕੀਜ਼, ਗੱਡੀ ਦੀਆਂ ਚਾਬੀਆਂ ਵੀ ਰੱਖਦੀਆਂ, ਤੇ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਉਹ ਮੈਨ ਔਨ ਦਾ ਮਿਸ਼ਨ ਹੈ। ਤੇ ਮਿਸ਼ਨ ਕੀ, ਲੋਨ ਲੈਣਾ, ਵੀ ਉਸ ਦਾ ਮਿਸ਼ਨ ਹੈ ਲੋਨ ਲੈਣਾ, ਤੇ ਉਸ ਵਾਸਤੇ ਪੂਰੀ ਤਿਆਰੀ ਕਰਕੇ ਆਇਆ ਹੋਇਆ। The staff went to work checking out the validity of his owners and sure enough everything was checked out। ਕਿ ਹੁਣ ਬੈਂਕ ਵਾਲਿਆਂ ਨੇ ਚੈੱਕ ਕੀਤਾ ਕਿ ਵਾਕਈ ਐਸੇ ਦੀ ਗੱਡੀ ਹੈ, ਪੇਪਰ ਵਗੈਰਾ ਗੱਡੀ ਦੇ ਚੈੱਕ ਕੀਤੇ ਤੇ ਪਤਾ ਲੱਗਿਆ ਵੀ ਇਹ ਉਸੇ ਦੀ ਗੱਡੀ ਹੈ। And of course which bank was going to turn down a $250,000 in collateral security for a mere $5,000 loan। ਤੇ ਹੁਣ ਇਸ ਆਫਰ ਨੂੰ ਕਿਹੜਾ ਬੈਂਕ ਮਨਾ ਕਰੂਗਾ, ਕਿਹੜਾ ਬੈਂਕ ਲੋਨ ਨਹੀਂ ਦਊਗਾ, ਕਿਉਂਕਿ ਗੱਡੀ ਬਹੁਤ ਮਹਿੰਗੀ ਹੈ ਤੇ ਲੋਨ ਚਾਹੀਦਾ ਥੋੜਾ ਜਿਹਾ, ਤੇ ਬੈਂਕ ਵਾਲਿਆਂ ਨੇ ਉਸਨੂੰ ਲੋਨ ਵੀ ਦੇ ਦਿੱਤਾ। Thomas left the bank with his $5,000 and the bank employee took Thomas' keys and drove the brand new Ferrari down into bank's underground garage। ਤੇ ਥੋਮਸ ਹੈ ਉਸਨੇ $5,000 ਲੈ ਲਏ, ਤੇ ਬੈਂਕ ਦੇ EMPLOYE ਨੇ ਕੀ ਕੀਤਾ, ਗੱਡੀ ਦੀ ਚਾਬੀ ਲੈ ਲਈ ਤੇ ਉਸਨੂੰ ਬੈਂਕ ਦੇ ਅੰਡਰਗਰਾਊਂਡ ਗੈਰਾਜ ਵਿੱਚ ਪਾਰਕ ਕਰ ਦਿੱਤਾ। He assured Thomas that it would be perfectly safe down there। ਤੇ ਉਸਨੇ ਕਿਹਾ ਵੀ ਤੁਹਾਡੀ ਗੱਡੀ ਸਾਡੇ ਕੋਲ ਸੇਫ ਰਹੂਗੀ। Thomas then left the bank and caught his flight to his far away land। ਤੇ ਜਿੱਧਰ ਥੋਮਸ ਨੇ ਜਾਣਾ ਸੀਗਾ ਉੱਧਰ ਉਹ ਚਲਾ ਗਿਆ। Anyway, 2 weeks went by and sure enough the bank opened Monday morning to see Thomas stroll in and slap the $5,000 he had borrowed on the counter plus the interest which was around $15। ਤੇ ਹੁਣ 2 ਹਫ਼ਤੇ ਹੋ ਗਏ, ਥੋਮਸ ਵਾਪਸ ਆ ਗਿਆ। ਮੰਡੇ ਦੀ ਮਾਰਨਿੰਗ ਸੀ ਕਿ ਬੈਂਕ ਓਪਨ ਸੀ, ਤੇ ਥੋਮਸ ਨੇ ਸਟਰੋਲ ਇਨ ਕੀਤਾ। ਸਟਰੋਲਿੰਗ ਦਾ ਮਤਲਬ ਹੁੰਦਾ ਵਾਕਿੰਗ ਇਨ ਲੈਜਰ, ਵੀ ਉਹ ਟਹਿਲਦੇ ਆਇਆ। $5,000 ਉਸਨੇ ਵਾਪਸ ਕੀਤੇ, ਤੇ ਜਿਹੜਾ ਉਸਦਾ ਵਿਆਜ ਬਣਦਾ ਸੀਗਾ $15 ਉਸਨੇ ਉਹ ਇੰਟਰਸਟ ਵੀ ਪੇ ਕੀਤਾ। The loan officer asked for the car to be brought round to the front of the bank and then asked Thomas a question। ਤੇ ਲੋਨ ਆਫਿਸਰ ਨੇ ਗੱਡੀ ਮੰਗਵਾਈ ਤੇ ਥੋਮਸ ਤੋਂ ਇੱਕ ਕੁਐਸਚਨ ਪੁੱਛਿਆ। Our bank prides itself in details and customer services, he said, and while you were away we did a background check, it's routine, and discovered you are actually one of the wealthiest men in America। Why on earth you need to borrow $5,000? It just doesn't make sense। ਤੇ ਉਸਨੇ ਇਹ ਕਿਹਾ ਕਿ ਜਦੋਂ ਅਸੀਂ ਤੁਹਾਡਾ ਬੈਕਗਰਾਉਂਡ ਚੈੱਕ ਕੀਤਾ ਤੇ ਸਾਨੂੰ ਇਹ ਪਤਾ ਲੱਗਿਆ ਕਿ ਤੁਸੀਂ ਤੇ ਅਮਰੀਕਾ ਦੇ ਸਭ ਤੋਂ ਜ਼ਿਆਦਾ ਅਮੀਰ ਲੋਕਾਂ ਵਿੱਚੋਂ ਇੱਕ ਹੋ, ਤੇ ਤੁਹਾਨੂੰ ਸਿਰਫ $5,000 ਦੇ ਛੋਟੇ ਜਿਹੇ ਲੋਨ ਦੀ ਨੀਡ ਕਿਉਂ ਪੈ ਗਈ, ਇਸ ਦੀ ਤਾਂ ਕੋਈ ਸੈਂਸ ਹੀ ਨਹੀਂ ਬਣੀ।
Thomas smiled, picked up the keys from the counter and said, "Can you tell me another way? I could have parked my new Ferrari in the middle of New York for 2 weeks for just $15 and still expect to get it back in top condition." ਤੇ ਥੋਮਸ ਨੇ ਕਿਹਾ ਕਿ ਕੀ ਤੁਸੀਂ ਮੈਨੂੰ ਹੋਰ ਕੋਈ ਤਰੀਕਾ ਦੱਸ ਸਕਦੇ ਹੋ ਕਿ ਮੈਂ ਨਿਊਯਾਰਕ ਸਿਟੀ ਦੇ ਸੈਂਟਰ ਵਿੱਚ ਆਪਣੀ ਗੱਡੀ ਨੂੰ 2 ਹਫ਼ਤਿਆਂ ਵਾਸਤੇ ਸਿਰਫ $15 ਵਿੱਚ ਹੀ ਪਾਰਕ ਕਰਾ ਸਕਦਾ ਤੇ ਮੈਂ ਇਹ ਉਮੀਦ ਕਰਾਂ ਕਿ ਜਿਹੜੀ ਮੇਰੀ ਗੱਡੀ ਹੈ ਮੈਨੂੰ ਟੌਪ ਕੰਡੀਸ਼ਨ ਵਿੱਚ ਮਿਲੇ। ਤੇ ਹੁਣ ਸਾਨੂੰ ਪਤਾ ਲੱਗਿਆ ਕਿ ਥੋਮਸ ਨੇ ਲੋਨ ਕਿਉਂ ਲਿਆ ਸੀਗਾ ਕਿ ਫਰੈਰੀ ਗੱਡੀ ਬਹੁਤ ਮਹਿੰਗੀ ਹੈ ਤੇ ਥੋਮਸ ਨੇ ਉਸ ਨੂੰ ਸੇਫ ਰੱਖਣਾ ਸੀਗਾ ਕਿਉਂਕਿ ਉਹ ਬਾਹਰ ਜਾ ਰਿਹਾ ਸੀਗਾ ਤੇ ਗੱਡੀ ਦੀ ਸੇਫਟੀ ਦੇ ਲਈ ਕਿ ਉਹ ਨਿਊਯਾਰਕ ਸਿਟੀ ਦੇ ਸੈਂਟਰ ਵਿੱਚ ਸੇਫਲੀ ਪਾਰਕ ਕਰ ਪਾਏ ਤੇ ਉਸਦੀ ਗੱਡੀ ਉਸਨੂੰ ਟੌਪ ਕੰਡੀਸ਼ਨ ਵਿੱਚ ਵਾਪਸ ਮਿਲ ਪਾਏ ਕਿਉਂਕਿ ਜਿਹੜੀ ਗੱਡੀ ਹੈ ਬੈਂਕ ਵਾਲਿਆਂ ਨੇ ਟੌਪ ਕੰਡੀਸ਼ਨ ਵਿੱਚ ਰੱਖੀ ਸੀ ਤਾਂ ਹੀ ਉਸਨੇ ਲੋਨ ਲਿਆ ਸੀਗਾ ਤੇ ਉਸਨੂੰ ਕਿੰਨਾ ਇੰਟਰਸਟ ਪੇ ਕਰਨਾ ਪਿਆ ਸਿਰਫ $15 ਹੀ ਪੇ ਕਰਨੇ ਪਏ ਤੇ $15 ਵਿੱਚ ਸਿਰਫ $15 ਵਿੱਚ ਉਸਦੀ ਗੱਡੀ ਸੇਫ ਵੀ ਹੋ ਗਈ ਤੇ ਉਸਨੂੰ ਟੌਪ ਕੰਡੀਸ਼ਨ ਵਿੱਚ ਵਾਪਸ ਵੀ ਮਿਲ ਗਈ ਤੇ ਇਸ ਕਰਕੇ ਉਸਨੇ ਲੋਨ ਲਿਆ ਸੀ। With that, Thomas walked out of the door and the loan officer smiled a bigger smile. ਤੇ ਇਹ ਕਹਿ ਕੇ ਥੋਮਸ ਚਲਾ ਗਿਆ ਤੇ ਜਿਹੜਾ ਲੋਨ ਆਫਿਸਰ ਹੈ ਉਹ ਬਹੁਤ ਮੀਨਸ ਕਿ ਉਸਦੇ ਫੇਸ ਤੇ ਵੀ ਸਮਾਈਲ ਸੀ। Examples of applications of lateral or non-linear thinking abound in several fields. ਤੇ ਹੁਣ ਅਸੀਂ ਬਾਕੀ ਖੇਤਰਾਂ ਵਿੱਚ ਵੀ non-linear thinking ਦੀ ਐਗਜ਼ਾਮਪਲਸ ਉਹ ਦੇਖਦੇ ਹਾਂ, lateral thinking ਦੀ ਐਗਜ਼ਾਮਪਲਸ ਦੇਖਦੇ ਹਾਂ। In cricket, Gary Packer introduced day-night matches and colorful balls and clothing, a departure from tradition that became so successful that the whole world of cricket adopted it. ਤੇ ਪਹਿਲਾਂ ਜਦੋਂ ਕ੍ਰਿਕਟ ਦੀ ਗੇਮ ਖੇਡੀ ਜਾਂਦੀ ਸੀ ਸਿਰਫ ਦਿਨ ਦੇ ਸਮੇਂ ਖੇਡੀ ਜਾਂਦੀ ਸੀ ਤੇ ਵਾਈਟ ਕਲੋਥਿੰਗ ਹੁੰਦੀ ਸੀ ਤੇ ਰੈੱਡ ਬਾਲ ਹੀ ਹੁੰਦੀ ਸੀ ਬਟ ਕੈਰੀ ਪੈਕਰ ਨੇ ਕੀ ਕੀਤਾ ਕੈਰੀ ਪੈਕਰ ਨੇ ਡੇ ਨਾਈਟ ਮੈਚਸ ਇੰਟਰੋਡਿਊਸ ਕਰ ਦਿੱਤਾ ਕਲਰਫੁਲ ਬਾਲਸ ਆ ਗਈਆਂ ਵੀ ਵਾਈਟ ਬਾਲ ਨਾਲ ਵਨਡੇ ਗੇਮ ਖੇਡੀ ਜਾਣ ਲੱਗੀ ਤੇ ਕਲਰਫੁਲ ਕਲੋਥਿੰਗ ਆ ਗਈ ਤੇ ਇੰਨਾ ਜ਼ਿਆਦਾ ਤੇ ਇਹ ਗੱਲ ਇੰਨੀ ਜ਼ਿਆਦਾ ਪਪੂਲਰ ਹੋ ਗਈ ਕਿ ਪੂਰੀ ਦੁਨੀਆ ਨੇ ਇਸ ਨੂੰ ਅਡੋਪਟ ਕੀਤਾ। Australia recently experimented with 2 different captains for the test and one day matches. ਤੇ ਪਹਿਲਾਂ ਕੀ ਹੁੰਦਾ ਸੀਗਾ ਕਿ ਇੱਕੋ ਹੀ ਕੈਪਟਨ ਹੁੰਦਾ ਸੀਗਾ ਇੱਕੋ ਹੀ ਕਪਤਾਨ ਹੁੰਦਾ ਸੀਗਾ ਭਾਵੇਂ ਉਹ ਟੈਸਟ ਟੀਮ ਹੋਵੇ ਭਾਵੇਂ ਵਨ ਡੇ ਟੀਮ ਹੋਵੇ ਤੇ ਆਸਟ੍ਰੇਲੀਆ ਟੀਮ ਨੇ ਦੋ ਵੱਖਰੇ ਕਪਤਾਨ ਬਣਾਏ ਕਿ ਇੱਕ ਟੈਸਟ ਟੀਮ ਦਾ ਅਲੱਗ ਕੈਪਟਨ ਹੈ ਵਨ ਡੇ ਟੀਮ ਦਾ ਅਲੱਗ ਕੈਪਟਨ ਹੈ। Nowadays T20 ਮੈਚਸ ਹੈਵ ਬਿਕਮ ਅ ਰੇਜ ਤੇ ਅੱਜ ਕੱਲ੍ਹ ਜਿਹੜੇ T20 ਕ੍ਰਿਕਟ ਮੈਚਸ ਕਿੰਨੇ ਜ਼ਿਆਦਾ ਪਪੂਲਰ ਹਨ। Lateral thinking expert Edward D. Bono says, with logic, you start with certain ingredients, just as in chess, you start out with given pieces. But what are those pieces? In most real life situations, the pieces are not given, just assume they are there. We assume certain perception, concepts and boundaries. ਤੇ ਐਡਵਰਡ ਡੀ ਬੋਨੋ ਜੋ ਕਿ ਲੈਟਰਲ ਥਿੰਕਿੰਗ ਦੇ ਐਕਸਪਰਟ ਹਨ ਉਹ ਕੀ ਕਹਿੰਦੇ ਹਨ ਕਿ ਲੌਜਿਕ ਨਾਲ ਤਰਕ ਨਾਲ ਅਸੀਂ ਕੁਝ ਸਰਟਨ ਇੰਗਰੀਡੀਐਂਟਸ ਕੁਝ ਪਾਰਟਿਕੂਲਰ ਸਮੱਗਰੀ ਤੋਂ ਅਸੀਂ ਕੁਝ ਚੀਜ਼ ਸਟਾਰਟ ਕਰਦੇ ਹਾਂ ਜਿਸ ਤਰ੍ਹਾਂ ਕਿ ਚੈਸ ਦੀ ਗੇਮ ਸਟਾਰਟ ਜਦੋਂ ਅਸੀਂ ਕਰਦੇ ਹਾਂ ਤਾਂ ਸਾਡੇ ਕੋਲ ਕੁਝ ਗਿਵਨ ਪੀਸਿਸ ਹੁੰਦੇ ਹਨ ਤੇ ਚੈਸ ਦੇ ਕਿਹੜੇ ਪੀਸਿਸ ਹੁੰਦੇ ਹਨ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਹਾਥੀ ਘੋੜਾ ਰਾਜਾ ਰਾਣੀ ਇਸ ਤਰ੍ਹਾਂ ਦੇ ਪੀਸਿਸ ਹੁੰਦੇ ਹਨ ਚੈਸ ਦੀ ਗੇਮ ਵਿੱਚ ਤੇ ਬਟ ਵਟ ਆਰ ਦੋਜ਼ ਪੀਸਿਸ ਪਰ ਉਹ ਪੀਸਿਸ ਕਿਹੜੇ ਹੁੰਦੇ ਹਨ ਕਿ ਜਿਹੜੀ ਰੀਅਲ ਲਾਈਫ ਸਿਚੁਏਸ਼ਨਸ ਹੁੰਦੀ ਉਸ ਵਿੱਚ ਤੇ ਉਹ ਪੀਸਿਸ ਦਿੱਤੇ ਨਹੀਂ ਹੁੰਦੇ ਤੇ ਤੁਸੀਂ ਐਜ਼ਿਊਮ ਕਰ ਲਓ ਕਿ ਉਹ ਪੀਸਿਸ ਦਿੱਤੇ ਗਏ ਹਨ ਤੇ ਹੁਣ ਅਸੀਂ ਕੀ ਐਜ਼ਿਊਮ ਕਰਦੇ ਹਾਂ ਕਿ ਸਾਡੇ ਮਨ ਵਿੱਚ ਕੁਝ ਪਰਸੈਪਸ਼ਨ ਤੇ ਕੁਝ ਕਨਸੈਪਟਸ ਹੁੰਦੇ ਹਨ ਕਿ ਕੁਝ ਧਾਰਨਾਵਾਂ ਹੁੰਦੀਆਂ ਹਨ ਕੁਝ ਬਾਉਂਡਰੀਜ਼ ਕੁਝ ਸੀਮਾਵਾਂ ਹੁੰਦੀਆਂ ਹਨ ਤੇ ਹੁਣ ਅਸੀਂ ਜਨਰਲੀ ਐਜ਼ਿਊਮ ਕਰਦੇ ਹਾਂ ਕਿ ਸਾਡੇ ਮਨ ਵਿੱਚ ਇੱਕ ਪਾਰਟਿਕੂਲਰ ਧਾਰਨਾ ਹੁੰਦੀ ਹੈ ਇੱਕ ਪਾਰਟਿਕੂਲਰ ਕਨਸੈਪਟ ਹੁੰਦਾ ਹੈ ਕਿ ਅਸੀਂ ਇਹ ਮੰਨਦੇ ਕਿ ਸਾਡੀ ਇੱਕ ਪਾਰਟਿਕੂਲਰ ਸੀਮਾ ਹੈ। ਇਸ ਤੋਂ ਬਾਅਦ ਕਿਹਾ ਗਿਆ ਵਨ ਇਜ਼ ਆਲਵੇਜ਼ ਕਨਫਿਊਜ਼ਿੰਗ ਕੰਡੀਸ਼ਨਡ ਥਿੰਕਿੰਗ ਵਿਦ ਕ੍ਰੀਏਟਿਵ ਥਿੰਕਿੰਗ। ਕੰਡੀਸ਼ਨ ਥਿੰਕਿੰਗ ਕਿਹੜੀ ਹੈ ਲੌਜੀਕਲ ਥਿੰਕਿੰਗ ਕ੍ਰੀਏਟਿਵ ਥਿੰਕਿੰਗ ਕਿਹੜੀ ਹੈ ਲੈਟਰਲ ਥਿੰਕਿੰਗ ਤੇ ਬੰਦਾ ਕਨਫਿਊਜ਼ ਹੀ ਰਹਿੰਦਾ ਕਿ ਲੌਜੀਕਲ ਥਿੰਕਿੰਗ ਅਤੇ ਕ੍ਰੀਏਟਿਵ ਥਿੰਕਿੰਗ ਦੇ ਵਿਚਕਾਰ। D. Bono explains that lateral thinking is concerned not with playing with the existing pieces but with seeking change through those very pieces. It is concerned with perception part of thinking. ਤੇ ਜਿਹੜੀ ਲੈਟਰਲ ਥਿੰਕਿੰਗ ਹੈ ਉਸ ਦਾ ਇਹ ਮਤਲਬ ਨਹੀਂ ਕਿ ਅਸੀਂ ਉਹਨਾਂ ਪੀਸਾਂ ਤੋਂ ਨਾ ਖੇਡੀਏ ਮੀਨਸ ਬਟ ਇਸ ਦਾ ਇਹ ਮਤਲਬ ਹੈ ਕਿ ਅਸੀਂ ਉਹਨਾਂ ਪੀਸਿਸ ਵਿੱਚ ਥੋੜ੍ਹਾ ਜਿਹਾ ਚੇਂਜ ਕਰੀਏ ਵੀ ਅਸੀਂ ਆਪਣੀ ਸੋਚ ਦੀ ਧਾਰਨਾਵਾਂ ਨੂੰ ਚੇਂਜ ਕਰੀਏ। ਕੀ ਹੁੰਦਾ ਕਿ ਸਾਡੇ ਮਨ ਵਿੱਚ ਕੁਝ ਪਰਸੈਪਸ਼ਨਸ ਹੁੰਦੀਆਂ ਹਨ ਕੁਝ ਕਨਸੈਪਟਸ ਹੁੰਦੇ ਨੇ ਕੁਝ ਧਾਰਨਾਵਾਂ ਹੁੰਦੀਆਂ ਹਨ ਜਾਂ ਕੁਝ ਬਾਉਂਡਰੀਜ਼ ਹੁੰਦੀਆਂ ਹਨ ਵੀ ਅਸੀਂ ਇਹ ਸੋਚਿਆ ਵੀ ਸਾਡੀ ਬਾਉਂਡਰੀ ਇੰਨੀ ਹੀ ਹੈ ਇਹੀ ਸਾਡੀ ਲਿਮਿਟ ਹੈ ਤੇ ਇਸ ਵਿੱਚ ਚੇਂਜ ਕਰਨਾ ਹੀ ਜਿਹੜੀ ਹੈ ਉਹ ਲੈਟਰਲ ਥਿੰਕਿੰਗ ਹੈ ਕ੍ਰੀਏਟਿਵ ਥਿੰਕਿੰਗ ਹੈ। ਤੇ ਉਸ ਤੋਂ ਬਾਅਦ ਲਿਖਿਆ ਗਿਆ ਕਿ ਅਡੈਪਟਡ ਫਰੋਮ ਐਨ ਆਰਟੀਕਲ ਔਨ ਲੈਟਰਲ ਥਿੰਕਿੰਗ ਇਨ www.lifepositive.com ਤੇ ਇਹ ਜਿਹੜਾ ਅਸੀਂ ਲੈਸਨ ਪੜ੍ਹਿਆ ਤੇ ਇਹ ਜਿਹੜਾ ਹੈ ਵੈਬਸਾਈਟ ਤੋਂ ਲਿਆ ਗਿਆ।
ਤੇ ਉਸ ਤੋਂ ਬਾਅਦ ਸਾਨੂੰ ਐਡਵਰਡ ਡੀ ਬੋਨੋ ਦੇ ਬਾਰੇ ਦੱਸਿਆ ਗਿਆ ਕਿ ਉਹ ਪ੍ਰੋਫੈਸਰ ਨੇ ਐਕਸਫੋਰਡ ਯੂਨੀਵਰਸਿਟੀ ਵਿੱਚ, ਤੇ ਉਹਨਾਂ ਨੇ PhD ਕੀਤੀ ਹੋਈ ਹੈ ਸਾਈਕੋਲੋਜੀ ਵਿੱਚ, ਤੇ ਉਹਨਾਂ ਨੇ 40 ਤੋਂ ਵੀ 40 ਤੋਂ ਵੀ ਵੱਧ ਕਿਤਾਬਾਂ ਲਿਖੀਆਂ ਨੇ, ਤੇ ਇਹਨਾਂ ਨੇ ਲੈਟਰਲ ਥਿੰਕਿੰਗ ਦਾ ਆਈਡੀਆ ਉਹ ਪਬਲਿਸਾਈਜ਼ ਕੀਤਾ। ਤੇ ਦੋਸਤੋ ਇਹ ਸੀਗਾ ਤੁਹਾਡਾ ਪਾਰਟ ਥਿੰਕਿੰਗ ਆਊਟ ਆਫ ਦਾ ਬਾਕਸ ਲੈਟਰਲ ਥਿੰਕਿੰਗ। ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪਾਰਟ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ। ਤੇ ਅਗਲੇ ਵੀਡੀਓ ਵਿੱਚ ਅਸੀਂ ਇਸ ਦੇ ਕੁਐਸਚਨ ਆਨਸਰਸ ਕਰਾਂਗੇ, ਜਿਸ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦਿੱਤਾ ਗਿਆ ਤੇ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਵੀ ਆ ਰਿਹਾ। ਹੁਣ ਦਿਓ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਇਜਾਜ਼ਤ। ਸਤਿ ਸ੍ਰੀ ਅਕਾਲ।